ਸਤਿ ਸ਼੍ਰੀ ਅਕਾਲ ਬੱਚਿਓ। ਕਥਾ ਕਹਾਣੀ ਸੰਗ੍ਰਹਿ ਵਿੱਚ ਦਰਜ ਅਗਲੀ ਕਹਾਣੀ ਅਸੀਂ ਪੜਾਂਗੇ ਠੱਗੀ, ਗੁਲਜ਼ਾਰ ਸਿੰਘ ਸੰਧੂ ਦੁਆਰਾ ਲਿਖੀ ਗਈ। ਬੱਚਿਓ, ਉਹਨਾਂ ਨੇ ਆਪਣੀਆਂ ਕਹਾਣੀਆਂ ਵਿੱਚ ਅਜੋਕੇ ਮਨੁੱਖ ਦੇ ਟੁੱਟੇ ਉਲਝੇ ਤੇ ਦੋਗਲੇ ਵਿਵਹਾਰ ਨੂੰ ਬੜੇ ਸੰਵੇਦਨਸ਼ੀਲ ਢੰਗ ਨਾਲ ਪ੍ਰਗਟਾਇਆ। ਉਹਨਾਂ ਦਾ ਜਨਮ 27 ਫਰਵਰੀ 1935 ਨੂੰ ਪਿੰਡ ਕੋਟਲਾ ਬਾੜਲਾ ਬਰਾਸਤਾ ਖੰਨਾ ਜ਼ਿਲ੍ਹਾ ਲੁਧਿਆਣਾ ਵਿੱਚ ਸਰਦਾਰ ਹਰੀ ਸਿੰਘ ਦੇ ਘਰ ਹੋਇਆ। ਬੱਚਿਓ, ਉਹਨਾਂ ਨੇ ਸਾਡੇ ਪੰਜਾਬੀ ਕਹਾਣੀ ਜਗਤ ਨੂੰ 6 ਕਹਾਣੀ ਸੰਗ੍ਰਹਿ ਦਿੱਤੇ। ਇਹ ਕਹਾਣੀ ਸੰਗ੍ਰਹਿ ਇਸ ਤਰ੍ਹਾਂ ਹਨ: ਹੁਸਨ ਦੇ ਹਾਣੀ, ਇੱਕ ਸਾਂਝ ਪੁਰਾਣੀ, ਸੋਨੇ ਦੀ ਇੱਟ, ਅਮਰ ਕਥਾ, ਗਮਲੇ ਦੀ ਵੇਲ, ਰੁਦਨ ਬਿੱਲੀਆਂ ਦਾ। ਬੱਚਿਓ, ਇਹਨਾਂ ਵਿੱਚੋਂ ਅਮਰ ਕਥਾ ਕਹਾਣੀ ਸੰਗ੍ਰਹਿ ਨੂੰ 1982 ਦੇ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਦੇ ਲਈ ਚੁਣਿਆ ਗਿਆ। ਇਸੇ ਤਰ੍ਹਾਂ ਉਹਨਾਂ ਦਾ ਇੱਕ ਨਾਵਲ ਕੰਦੀ ਚਾਏ ਵੀ ਮਿਲਦਾ ਤੇ ਕੁਝ ਰਚਨਾਵਾਂ ਦੇ ਉਹਨਾਂ ਨੇ ਅਨੁਵਾਦ ਵੀ ਕੀਤੇ। ਇਹ ਰਚਨਾਵਾਂ ਇਸ ਤਰ੍ਹਾਂ ਹਨ: ਟੈਸ, ਸਾਥੀ, ਪਾਕਿਸਤਾਨ ਮੇਲ, ਬਾਲ ਬਿਰਖ ਤੇ ਸੂਰਜ, ਜੀਵਨ ਤੇ ਸਾਹਿਤ। ਬੱਚਿਓ, ਹੱਥਲੀ ਕਹਾਣੀ ਠੱਗੀ ਦੇ ਵਿੱਚ ਕਹਾਣੀਕਾਰ ਇਸ ਵਿਚਲੀ ਪ੍ਰਮੁੱਖ ਪਾਤਰ ਜੰਮੂ ਵਾਲੀ ਬੇਬੇ ਦੀ ਮਾਨਸਿਕ ਅਵਸਥਾ ਨੂੰ ਬਿਆਨ ਕਰਦਾ ਹੈ। ਜੰਮੂ ਵਾਲੀ ਬੇਬੇ ਜੋ ਕਿ 80 ਸਾਲ ਦੀ ਬੁੱਢੀ ਔਰਤ ਹੈ, ਇਹ ਆਸ ਕਰਦੀ ਹੈ ਕਿ ਜਦੋਂ ਉਹਦੀ ਮੌਤ ਹੋਏਗੀ ਤਾਂ ਭਾਖੜਾ ਡੈਮ ਦਾ ਬੰਨ੍ਹ ਵੀ ਟੁੱਟ ਜਾਏਗਾ ਤੇ ਇਸ ਤਰ੍ਹਾਂ ਉਹ ਇਕੱਲੀ ਨਹੀਂ ਮਰੇਗੀ, ਸਗੋਂ ਭਾਖੜਾ ਡੈਮ ਦੇ ਪਾਣੀ ਦੇ ਬਹਾਅ ਦੇ ਵਿੱਚ ਸਾਰੇ ਹੀ ਰੁੜ ਜਾਣਗੇ। ਸੋ ਉਸਦੀ ਮੌਤ ਇੱਕ ਸਮੂਹਿਕ ਘਟਨਾ ਵਜੋਂ ਵਾਪਰੇਗੀ। ਪਰ ਜਦੋਂ ਕਹਾਣੀ ਦੇ ਅੰਤ ਵਿੱਚ ਉਹਨੂੰ ਇਸ ਕਹਾਣੀ ਦੇ ਦੂਸਰੇ ਪ੍ਰਮੁੱਖ ਪਾਤਰ ਨਸੀਬ ਤੋਂ ਪਤਾ ਲੱਗਦਾ ਹੈ ਕਿ ਇਹ ਡੈਮ ਹੁਣ ਕਦੇ ਟੁੱਟੇਗਾ ਨਹੀਂ, ਤਾਂ ਉਹ ਉਦਾਸ ਹੋ ਜਾਂਦੀ ਹੈ ਤੇ ਠੱਗੀ ਹੋਈ ਮਹਿਸੂਸ ਹੁੰਦੀ ਹੈ। ਭਾਵ ਉਹਨੂੰ ਚੰਗਾ ਨਹੀਂ ਲੱਗਦਾ ਕਿ ਇਹ ਡੈਮ ਹੁਣ ਬੰਨ ਟੁੱਟੇਗਾ ਨਹੀਂ ਤੇ ਉਹ ਇਕੱਲੀ ਮਰੇਗੀ। ਸੋ ਇਸ ਕਹਾਣੀ ਵਿੱਚ ਕਹਾਣੀਕਾਰ ਇਸ ਤਰ੍ਹਾਂ ਦੀ ਠੱਗੀ ਦੀ ਗੱਲ ਕਰਦਾ ਹੈ। ਪੜ੍ਹਦੇ ਹਾਂ ਕੀ ਲਿਖਦਾ ਹੈ। ਜਦ ਕਦੀ ਨਸੀਬ ਅਸਾਮ ਤੋਂ ਛੁੱਟੀ ਆਉਂਦਾ ਤਾਂ ਆਪਣੇ ਪਿੰਡ ਜੰਮੂ ਵਾਲੀ ਬੇਬੇ ਨੂੰ ਜ਼ਰੂਰ ਮਿਲਦਾ। ਬੇਬੇ ਵੀ ਇੱਕੋ ਸਾਹ ਅਸੀਸਾਂ ਦੇ ਢੇਰ ਲੱਜ ਦਿੰਦੀ। ਕਦੋਂ ਆਇਆ ਮੇਰੇ ਮਹਿਲਾਂ ਦਾ ਤੋਤਾ, ਕਿੰਨੀ ਨੌਕਰੀ ਹੈ ਹੁਣ ਤੇਰੀ, ਪ੍ਰਦੇਸ ਰਹਿਣਾ ਤਾਂ ਕੈਦ ਕੱਟਣ ਵਾਂਗ ਹੁੰਦਾ, ਪਰ ਕੀ ਮਾੜਾ, ਢਿੱਡ ਦੀ ਖਾਤਰ ਦੁਨੀਆ ਬਹੁਤ ਕੁਝ ਕਰਦੀ ਹੈ। ਨਸੀਬ ਹੂੰ ਹਾਂ ਕਰਕੇ ਜੰਮੂ ਵਾਲੀ ਦੇ ਸਾਰੇ ਸਵਾਲਾਂ ਦਾ ਐਵੇਂ ਜਿਵੇਂ ਉੱਤਰ ਦੇ ਛੱਡਦਾ। ਅਸਲ ਵਿੱਚ ਉਹ ਉਸਦੇ ਨਾਲ ਅਜਿਹੀਆਂ ਗੱਲਾਂ ਕਰਨ ਨਹੀਂ ਸੀ ਜਾਂਦਾ, ਉਹ ਤਾਂ ਕੇਵਲ ਨਿਭਾਉਣ ਜਾਂਦਾ ਸੀ, ਤਾਂ ਕਿ 80 ਵਰ੍ਹਿਆਂ ਦੀ ਇਹ ਬੁੱਢੀ ਮਨ ਵਿੱਚ ਇਹ ਨਾ ਸੋਚੇ ਕਿ ਫਲਾਣੇ ਦਾ ਮੁੰਡਾ ਕੰਮ ਤੇ ਲੱਗਣ ਕਰਕੇ ਰਾਮ ਸੱਤ ਤੋਂ ਵੀ ਜਾਂਦਾ ਰਿਹਾ। ਜਿਸ ਵੇਲੇ ਉਹ ਬੇਬੇ ਦੇ ਸਵਾਲਾਂ ਦਾ ਉੱਤਰ ਦੇ ਰਿਹਾ ਹੁੰਦਾ, ਉਸਦਾ ਦਿਮਾਗ ਅਸਾਮ ਵਿੱਚ ਨਦੀਆਂ ਦੇ ਪੁਲ ਬਣਾਉਣ ਵਾਸਤੇ ਪੁੱਟੀਆਂ ਜਾਣ ਵਾਲੀਆਂ ਖੂਹੀਆਂ ਦੇ ਚੱਕਰ ਲਾ ਰਿਹਾ ਹੁੰਦਾ। ਠੇਕੇਦਾਰ ਸੰਤ ਰਾਮ ਕੋਲ ਪਤਾ ਨਹੀਂ ਕੀ ਜਾਦੂ ਸੀ ਕਿ ਇੱਕ ਪੁਲ ਬਣਦਾ ਤਾਂ ਦੂਜੇ ਦਾ ਠੇਕਾ ਮਿਲ ਜਾਂਦਾ। ਠੇਕੇ ਉੱਤੇ ਵੱਧ ਤੋਂ ਵੱਧ ਗੱਭਰੂਆਂ ਦੀ ਲੋੜ ਹੁੰਦੀ। ਸੰਤ ਰਾਮ ਪਿੰਡ ਦਾ ਇੱਕ ਗੇੜਾ ਲਾਉਂਦਾ ਤੇ ਸਾਰੇ ਗੱਭਰੂਆਂ ਨੂੰ ਹੂੰਝ ਕੇ ਸੈਂਕੜੇ ਕੋਹਾਂ ਦੂਰ ਲੈ ਜਾਂਦਾ। ਨਸੀਬ ਦਾ ਭਲਾ ਉਸਦੇ ਪਹਿਲੇ ਠੇਕੇ ਤੋਂ ਹੀ ਉਸਦੇ ਨਾਲ ਸੀ। ਸੋ ਇਸ ਤਰ੍ਹਾਂ ਨਸੀਬ ਭਾਵੇਂ ਬੈਠਾ ਤਾਂ ਬੇਬੇ ਦੇ ਕੋਲ ਹੁੰਦਾ, ਉਹਦੇ ਸਵਾਲਾਂ ਦਾ ਜਵਾਬ ਦੇ ਰਿਹਾ ਹੁੰਦਾ, ਪਰ ਉਹਦਾ ਮਨ ਅਸਾਮ ਦੇ ਵਿੱਚ ਉਹਦਾ ਫਿਰ ਰਿਹਾ। ਇੱਕ ਵਾਰੀ ਜਦੋਂ ਉਹ ਆਪਣੇ ਭੈਣ ਦੇ ਵਿਆਹ ਪਿੰਡ ਆਇਆ ਤਾਂ ਉਸਨੂੰ ਪਤਾ ਲੱਗਾ ਕਿ ਜੰਮੂ ਵਾਲੀ ਬੇਬੇ ਨੂੰ ਅਧਰੰਗ ਹੋ ਗਿਆ ਹੈ। ਉਸਨੂੰ ਦੱਸਿਆ ਕਿ ਬੇਬੇ ਦਾ ਇੱਕ ਪਾਸਾ ਬੇਜਾਨ ਹੋ ਗਿਆ ਹੈ ਤੇ ਉਹ ਆਪਣੇ ਉਸ ਪਾਸੇ ਦਾ ਕੋਈ ਅੰਗ ਦੂਸਰੇ ਪਾਸੇ ਦੇ ਅੰਗਾਂ ਦੀ ਸਹਾਇਤਾ ਬਿਨਾਂ ਨਹੀਂ ਹਿਲਾ ਸਕਦੀ। ਕੀ ਹੁੰਦੀ ਹੈ ਚੀਚੀ ਉਂਗਲੀ, ਇਸ ਦੀ ਹਰਕਤ ਵੀ ਉਸਦੇ ਆਪਣੇ ਵੱਸ ਵਿੱਚ ਨਹੀਂ ਸੀ। ਦਿਨ ਰਾਤ ਇੱਕ ਮੰਜੀ ਤੇ ਪਈ ਰਹਿੰਦੀ, ਜਿਹੜੀ ਉਸਦੇ ਪੁੱਤਰਾਂ ਨੇ ਤੂੜੀ ਵਾਲੇ ਕੋਠੇ ਡਾਹ ਛੱਡੀ ਸੀ। ਪੁੱਤਰ ਤਾਂ ਪਹਿਲਾਂ ਵੀ ਉਸਦੇ ਇੰਨੇ ਕਾਬੂ ਵਿੱਚ ਨਹੀਂ ਸਨ, ਪਰ ਹੁਣ ਤਾਂ ਨੂੰਹਾਂ ਵੀ ਗੱਲ ਨਾ ਗੌਲਦੀਆਂ। ਤੂੜੀ ਵਾਲੇ ਕੋਠੇ ਦੀ ਮੰਜੀ ਤੇ ਬੇਬੇ ਇਸੇ ਤਾਕ ਵਿੱਚ ਰਹਿੰਦੀ ਕਿ ਚੌਹਾਂ ਵਿੱਚੋਂ ਕੋਈ ਇੱਕ ਨੂੰ ਉਧਰੋਂ ਦੀ ਲੰਘੇ ਤੇ ਉਹ ਆਪਣੇ ਮਨ ਦਾ ਗੁਬਾਰ ਉਸ ਉੱਤੇ ਕੱਢ ਲਵੇ। ਉਸਨੂੰ ਕੁਝ ਏਦਾਂ ਜਾਪਦਾ ਕਿ ਜਦੋਂ ਤੋਂ ਉਹ ਬਿਮਾਰ ਪਈ ਸੀ, ਘਰ ਵਿੱਚ ਕੋਈ ਵੀ ਕੰਮ ਉਸ ਤਰ੍ਹਾਂ ਨਹੀਂ ਸੀ ਹੋ ਰਿਹਾ ਜਿਸ ਤਰ੍ਹਾਂ ਹੋਣਾ ਚਾਹੀਦਾ ਸੀ। ਉਸਨੂੰ ਜਾਪਦਾ ਕਿ ਮੱਝ ਗਊ ਵਾਲੀ ਖੁਰਲੀ ਤੇ ਬੰਨ੍ਹ ਛੱਡੀ ਹੈ ਤੇ ਗਊ ਬੱਕਰੀ ਵਾਲੇ ਕੀਲੇ ਤੇ। ਕਈ ਵਾਰੀ ਉਹ ਸੁੱਤਣ ਨੀਂਦਰੇ ਦੀ ਅਵਸਥਾ ਵਿੱਚ ਇਹ ਵੀ ਕਹਿੰਦੀ ਸੁਣੀ ਜਾਂਦੀ, ਇਹਨਾਂ ਛਲਾਰੂਆਂ ਨੂੰ ਮੁਰਗੀਆਂ ਵਾਲੇ ਖੁੱਡੇ ਵਿੱਚ ਕਿਉਂ ਤੁੰਨੀ ਜਾਂਦੇ ਹੋ, ਤੇ ਨਾਲੇ ਐ ਵੱਡੇ ਕੁੱਕੜ ਨੂੰ ਪੱਠ ਵਾਲੀ ਸੰਗਲੀ ਕਿਉਂ ਪਾ ਰੱਖੀ ਹੈ। ਕੋਈ ਬੜੀ ਗੱਲ ਨਹੀਂ ਸੀ ਜੇ ਉਹ ਇਹ ਵੀ ਸੋਚਦੀ ਹੋਵੇ ਕਿ ਉਸਦੀ ਛੋਟੀ ਨੂੰਹ ਵੱਡੀ ਨੂੰਹ ਦੇ ਮੰਜੇ ਤੇ ਜਾ ਪਈ ਹੈ ਤੇ ਵੱਡੀ ਵਿਚਕਾਰਲੀ ਦੇ। ਪਰ ਉਹ ਬੇਬਸ ਸੀ, ਸਭ ਕੁਝ ਅੰਦਰੇ ਅੰਦਰ ਪੀਂਦੀ ਜਾਂਦੀ। ਸੋ ਹੁਣ ਬੇਬੇ ਜਦੋਂ ਦੀ ਬਿਮਾਰ ਹੋਈ ਹੈ ਉਹਦੀ ਹਾਲਤ ਖਰਾਬ ਹੈ
ਤੇ ਉਹਨੂੰ ਘਰ ਦੇ ਕਿਸੇ ਵੀ ਜੀਅ ਦੇ ਉੱਤੇ ਵਿਸ਼ਵਾਸ ਵੀ ਹੈ ਨਹੀਂ ਕਿ ਉਹ ਸਾਰੇ ਕੰਮ ਠੀਕ ਠਾਕ ਕਰਦੇ ਹੋਣਗੇ। ਸੋ ਇਸ ਤਰ੍ਹਾਂ ਪੁੱਠੀਆਂ ਸਿੱਧੀਆਂ ਗੱਲਾਂ ਉਹਦੇ ਦਿਮਾਗ ਦੇ ਵਿੱਚ ਚੱਲਦੀਆਂ ਰਹਿੰਦੀਆਂ। ਬੇਬੇ ਦੇ ਪੁੱਤਰਾਂ ਨੂੰ ਬੇਬੇ ਦੇ ਰੋਗ ਦਾ ਬੜਾ ਦੁੱਖ ਸੀ। ਕਿਸੇ ਨੇ ਜੰਗਲੀ ਕਬੂਤਰ ਦਾ ਮਾਂਸ ਖਵਾਉਣ ਦੀ ਰਾਏ ਦਿੱਤੀ ਤਾਂ ਉਹਨਾਂ ਨੇ ਨੇੜੇ ਤੇੜੇ ਦੇ ਢੱਠੇ ਖੂਹਾਂ ਦੇ ਸਾਰੇ ਕਬੂਤਰ ਇੱਕ ਇੱਕ ਕਰਕੇ ਮਾਰ ਲਿਆਂਦੇ। ਕਿਸੇ ਨੇ ਕੋਈ ਟੀਕਾ ਦੱਸਿਆ ਤਾਂ ਉਹਨਾਂ ਨੇ ਵਿੱਤ ਅਨੁਸਾਰ ਵੱਧ ਤੋਂ ਵੱਧ ਟੀਕੇ ਲਗਵਾਏ। ਖਾਂਦੇ ਪੀਂਦੇ ਜ਼ਿਮੀਂਦਾਰ ਘਰਾਣੇ ਵਿੱਚ ਨਿੱਕੇ ਮੋਟੇ ਖਰਚਾ ਨਾਲ ਫਰਕ ਹੀ ਕੀ ਪੈਂਦਾ ਹੈ। ਕਿਸੇ ਨੂੰ ਇਹ ਪਤਾ ਚੱਲ ਜਾਵੇ ਸਹੀ ਕਿ ਇਹਨਾਂ ਕੁ ਉਦਮ ਕਰਨ ਨਾਲ ਘਰੋਂ ਜ਼ਹਿਮਤ ਨਿਕਲ ਸਕਦੀ ਹੈ। ਪਰ ਹੁਣ ਤਾਂ ਇਹ ਗੱਲ ਬੇਬੇ ਵੀ ਜਾਣ ਗਈ ਸੀ ਕਿ ਰੋਗ ਦਾ ਇਲਾਜ ਕਿਸੇ ਦੇ ਵੱਸ ਦਾ ਨਹੀਂ ਸੀ ਰਿਹਾ। ਇਸ ਨਿਰਾਸ਼ਾ ਦੇ ਵਧਣ ਨਾਲ ਉਹ ਪਹਿਲਾਂ ਨਾਲੋਂ ਵੀ ਉਲਟ ਪੁਲਟ ਸੋਚਾਂ ਸੋਚਦੀ ਸੀ। ਜਿਹੜੀਆਂ ਗੱਲਾਂ ਆਪਣੀਆਂ ਨੂੰਹਾਂ, ਸੱਚ ਪੁੱਛੋ ਤਾਂ ਪਿੰਡ ਦੀਆਂ ਸਾਰੀਆਂ ਨੂੰਹਾਂ ਬਾਰੇ ਉਸਦੇ ਅੰਦਰ ਹੀ ਅੰਦਰ ਰਹਿੰਦੀਆਂ ਸਨ, ਹੁਣ ਕਿਸੇ ਨਾ ਕਿਸੇ ਰੂਪ ਵਿੱਚ ਬਾਹਰ ਆਉਣ ਲੱਗੀਆਂ। ਪਿੰਡ ਦਾ ਕੋਈ ਵੀ ਜੀਅ ਉਸਦੀ ਖਬਰ ਲਈ ਨਾ ਜਾਂਦਾ। ਪੁੱਤਰ ਧੀਆਂ ਵੀ ਰੋਟੀ ਪਾਣੀ ਸਿਰਹਾਣੇ ਰੱਖ ਕੇ ਇੱਕ ਪਾਸੇ ਹੋ ਜਾਂਦੇ। ਜੇ ਕੋਈ ਉਸ ਨਾਲ ਗੱਲ ਕਰਦਾ ਵੀ ਤਾਂ ਅਜਿਹਾ ਬੰਦਾ ਜਿਹੜਾ ਨਸੀਬ ਵਾਂਗ ਕਈ ਮਹੀਨੇ ਬਾਅਦ ਰਹਿ ਕੇ ਕਦੀ ਕਦਾਈ ਛੁੱਟੀ ਆਉਂਦਾ। ਸੋ ਇਸ ਤਰ੍ਹਾਂ ਸਾਰੇ ਬੇਬੇ ਤੋਂ ਬਚਦੇ ਆ ਕਿਉਂਕਿ ਉਹਦੇ ਦਿਮਾਗ ਦੇ ਵਿੱਚ ਪੁੱਠੀਆਂ ਸਿੱਧੀਆਂ ਗੱਲਾਂ ਚੱਲਦੀਆਂ ਰਹਿੰਦੀਆਂ। ਸੋ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੀ ਜ਼ੁਬਾਨ ਤੇ ਵੀ ਆ ਜਾਂਦੀਆਂ ਉਹ। ਇਸ ਕਰਕੇ ਇਹਨਾਂ ਗੱਲਾਂ ਤੋਂ ਬਚਣ ਲਈ ਨਸੀਬ ਵਰਗੇ ਹੀ ਸਿਰਫ ਉਹਦੇ ਕੋਲ ਆਉਂਦੇ ਆ ਉਹਦੀ ਖਬਰ ਪੁੱਛਣ ਲਈ, ਬਾਕੀ ਕੋਈ ਨਹੀਂ ਆਉਂਦਾ। ਨਸੀਬ ਨੂੰ ਜੰਮੂ ਵਾਲੀ ਬੇਬੇ ਬਾਰੇ ਸੁਣ ਕੇ ਬੜਾ ਦੁੱਖ ਹੋਇਆ। ਇੱਕ ਤੁਰਦਾ ਫਿਰਦਾ ਬੰਦਾ ਜਿਹੜਾ ਪਿੰਡ ਦੇ ਜੀ ਦੀ ਸਾਰ ਲੈ ਕੇ ਹੀ ਪੂਰੀ ਨੀਂਦਰ ਸੌਂ ਸਕਦਾ ਸੀ, ਕਿਵੇਂ ਸਾਰਾ ਦਿਨ ਮੰਜੀ ਨਾਲ ਲੱਗ ਕੇ ਪਿਆ ਰਹਿ ਸਕਦਾ। ਨਹੀਂ ਤਾਂ ਕਿਹੜੀ ਮਕਾਨ ਸੀ ਜਿਸ ਦੀ ਬੇਬੇ ਮੋਹਰੀ ਨਾ ਹੁੰਦੀ, ਕਿਹੜਾ ਕਾਰਜ ਸੀ ਜਿਸ ਵਿੱਚ ਉਸਦੀ ਰਾਏ ਨਾ ਲਈ ਜਾਂਦੀ, ਕਿਹੜੀ ਕੰਧ ਸੀ ਜਿਹੜੀ ਉਸਦੀ ਰਾਏ ਬਿਨਾਂ ਉਸਰੀ ਸੀ, ਕਿਹੜਾ ਖੂਹ ਸੀ ਜਿਸ ਦਾ ਕਰ ਟੁੱਟਣਾ ਉਸਨੇ ਅੱਖੀਂ ਨਹੀਂ ਸੀ ਤੱਕਿਆ। ਮੁਰੱਬੇਬੰਦੀ ਦੇ ਦਿਨਾਂ ਵਿੱਚ ਉਸਨੂੰ ਚੱਪੇ ਚੱਪੇ ਦੀ ਕੀਮਤ ਦਾ ਗਿਆਨ ਸੀ। ਇੱਥੋਂ ਤੱਕ ਕਿ ਇਕੱਲੇ ਖੂਹ ਜਾਂ ਇਕੱਲੇ ਰੁੱਖ ਦਾ ਜੋ ਮੁੱਲ ਪਿਆ ਸੀ ਉਸਦੇ ਦਿਲ ਉੱਤੇ ਉਕਰਿਆ ਗਿਆ ਸੀ। ਇਹ ਉਸੇ ਦੀ ਹਿੰਮਤ ਸੀ ਕਿ ਉਸਨੇ ਆਪਣੇ ਪੁੱਤਰਾਂ ਨੂੰ ਵਧੀਆ ਤੋਂ ਵਧੀਆ ਥਾਂ ਜ਼ਮੀਨ ਦਵਾ ਦਿੱਤੀ ਸੀ। ਉਸਨੂੰ ਇਹ ਵੀ ਪਤਾ ਸੀ ਕਿ ਸਕੂਲ ਦਾ ਮਾਸਟਰ ਕਿਹੜੀ ਕੁੜੀ ਵੱਲ ਤੱਕ ਕੇ ਲੰਘਦਾ ਹੈ ਜਾਂ ਪਿੰਡ ਦੇ ਪਟਵਾਰੀ ਦਾ ਕਿਸ ਦੇ ਘਰ ਆਉਣ ਜਾਣ ਹੈ। ਬਿਮਾਰ ਪੈਣ ਤੋਂ ਪਹਿਲਾਂ ਜਦ 15 ਸਾਲ ਦੇ ਇੱਕ ਜੱਟ ਮੁੰਡੇ ਨੇ 13 ਕੁ ਵਰ੍ਹੇ ਦੀ ਝਿਊਰਾਂ ਦੀ ਕੁੜੀ ਨੂੰ ਘੜਾ ਚੁਕਾਉਂਦਿਆਂ ਇਹ ਕਿਹਾ ਸੀ ਕਿ ਇੰਨੇ ਭਾਰ ਨਾਲ ਉਸਦਾ ਲੱਕ ਟੁੱਟ ਜਾਵੇਗਾ ਤਾਂ ਹੋਰ ਕਿਸੇ ਨੂੰ ਭਾਵੇਂ ਪਤਾ ਹੋਵੇ ਜਾਂ ਨਾ, ਜੰਮੂ ਵਾਲੀ ਬੇਬੇ ਜ਼ਰੂਰ ਜਾਣਦੀ ਸੀ ਕਿ ਉੱਤਰ ਵਿੱਚ ਝਿਊਰਾਂ ਦੀ ਕੁੜੀ ਨੇ ਜੱਟਾਂ ਦੇ ਮੁੰਡੇ ਨੂੰ ਕੁੱਛੜ ਚੁੱਕ ਲੈਣ ਦਾ ਦਾਅਵਾ ਕੀਤਾ ਸੀ। ਹੁਣ ਜਦੋਂ ਕਿ ਬੇਬੇ ਨੂੰ ਬਿਮਾਰ ਪਿਆਂ 6 ਮਹੀਨੇ ਹੋ ਗਏ ਸਨ, ਉਸਨੂੰ ਕੀ ਪਤਾ ਸੀ ਕਿ ਜੱਟਾਂ ਦਾ ਮੁੰਡਾ ਉਸ ਝਿਊਰਾਂ ਦੀ ਕੁੜੀ ਤੋਂ ਚੁੱਕਿਆ ਵੀ ਗਿਆ ਸੀ ਜਾਂ ਨਹੀਂ। ਸੋ ਇਸ ਤਰ੍ਹਾਂ ਬੇਬੇ ਬੇਵੱਸ ਹੈ, ਲਾਚਾਰ ਹੈ, ਉਹਨੂੰ ਕੁਛ ਨਹੀਂ ਪਤਾ ਚੱਲ ਰਿਹਾ ਕਿ ਬਾਹਰ ਕੀ ਕੁਛ ਹੋ ਰਿਹਾ। ਜਿੱਥੇ ਕੋਈ ਦਿਨ ਸੀਗਾ ਉਹਨੂੰ ਪਿੰਡ ਦੇ ਵਿੱਚ ਹਰ ਵਾਪਰਨ ਵਾਲੀ ਘਟਨਾ ਦਾ ਪਹਿਲਾਂ ਪਤਾ ਹੁੰਦਾ ਸੀਗਾ, ਉੱਥੇ ਹੀ ਹੁਣ ਉਹਨੂੰ ਕੁਝ ਵੀ ਪਤਾ ਨਹੀਂ ਲੱਗਦਾ ਕਿ ਪਿੰਡ ਦੇ ਵਿੱਚ ਕੀ ਚੱਲ ਰਿਹਾ। ਨਸੀਬ ਦਾ ਦਿਲ ਮੂੰਹੋਂ ਮੂੰਹ ਭਰ ਆਇਆ ਜਦੋਂ ਉਹ ਬੇਬੇ ਨੂੰ ਮਿਲਿਆ ਤਾਂ ਬੇਬੇ ਨੇ 6 ਮਹੀਨੇ ਦੀਆਂ ਡੱਕੀਆਂ ਗੱਲਾਂ ਉਸ ਨਾਲ ਕੀਤੀਆਂ। ਉਸ ਵੇਲੇ ਮੌਸਮ ਕਿੰਨਾ ਖਰਾਬ ਹੋ ਰਿਹਾ ਸੀ। ਮੀਂਹਾਂ ਉੱਤੇ ਮੀਂਹ ਵਰ ਰਹੇ ਸਨ। ਜੰਮਦੀ ਫਸਲ ਨੂੰ ਕੁਤਰਾ ਖਾ ਗਿਆ ਸੀ ਤੇ ਵੱਡੀ ਰੋਹੀ ਨੂੰ ਟਿੱਡੀਆਂ ਨੇ ਨਿੰਮ ਦੇ ਪੱਤੇ ਵੀ ਨਹੀਂ ਛੱਡੇ ਸਨ। ਸਾਰੀ ਬਨਸਪਤ ਰੁੰਡ ਹੋਈ ਪਈ ਸੀ। ਉੱਤੋਂ ਜੋਤਸ਼ੀ ਚੈਨ ਨਹੀਂ ਸੀ ਲੈਣ ਦਿੰਦੇ। ਕਹਿੰਦੇ ਸਨ ਕਿ 8 ਗ੍ਰਹਿ ਮਿਲਣ ਵਾਲੇ ਹਨ, ਜਿਹੜੇ ਮਿਲਣ ਵਿੱਚ ਨਹੀਂ ਸੀ ਆ ਰਹੇ। ਬੱਚੇ ਵੀ ਜਾਣਦੇ ਸਨ ਕਿ ਪੌਣ ਪਾਣੀ ਤੇ ਮਿੱਟੀ ਨੇ ਇੱਕ ਦੂਜੇ ਵਿੱਚ ਘੁਲ ਮਿਲ ਜਾਣਾ ਸੀ। ਇਹ ਗੱਲ ਵੱਖਰੀ ਹੈ ਕਿ ਰੋਜ਼ਾਨਾ ਜੀਵਨ ਦੇ ਕਾਰੋਬਾਰ ਉਸੇ ਤਰ੍ਹਾਂ ਜਾਰੀ ਸਨ। ਜੱਟ ਉਸੇ ਉਤਸ਼ਾਹ ਨਾਲ ਟਿੱਡੀ ਦਲ ਤੋਂ ਫਸਲਾਂ ਬਚਾ ਰਹੇ ਸਨ। ਮੁੰਡੇ ਕੁੜੀਆਂ ਪਹਿਲਾਂ ਵਾਂਗ ਹੀ ਖੂਹਾਂ ਟੋਭਿਆਂ ਤੇ ਭੱਠੀਆਂ ਤੇ ਮਿਲਦੇ ਤੇ ਅੱਖ ਮਟਕਾ ਕਰਨ ਤੋਂ ਬਾਅਦ ਪਾਣੀ ਦੀ ਬਾਲਟੀ ਫੜ ਜਾਂ ਭੱਠੀ ਤੋਂ ਦਾਣੇ ਚੱਬਦੇ ਨੀਵੀਂ ਪਾਈ ਮੁੜ ਆਉਂਦੇ। ਬੇਬੇ ਦੇ ਕੰਨੀ ਕੋਈ ਗੱਲ ਪੈਂਦੀ ਕੋਈ ਨਾ ਪੈਂਦੀ। ਹਾਂ, ਇੱਕ ਅਫਵਾਹ ਜਿਹੜੀ ਗਰਮਾ ਗਰਮ ਪੰਜਾਬ ਭਰ ਵਿੱਚ ਫੈਲ ਚੁੱਕੀ ਸੀ, ਬੇਬੇ ਤੱਕ ਵੀ ਪਹੁੰਚ ਗਈ। ਲੋਕੀ ਕਹਿੰਦੇ ਸਨ ਕਿ ਭਾਖੜੇ ਦੀ ਝੀਲ ਵਿੱਚ ਇੰਨਾ ਪਾਣੀ ਜਮ੍ਹਾਂ ਹੋ ਗਿਆ ਸੀ ਕਿ ਭਾਖੜੇ ਦਾ ਬੰਨ੍ਹ ਹੁਣ ਬਹੁਤੀ ਦੇਰ ਉਹਨੂੰ ਡੱਕ ਨਹੀਂ ਸੀ ਸਕਦਾ। ਬੰਨ੍ਹ ਟੁੱਟਣ ਦੇ ਨੁਕਸਾਨ ਬੱਚੇ ਬੱਚੇ ਨੂੰ ਯਾਦ ਸਨ। ਸਾਰੇ ਪੰਜਾਬ ਦੀ ਰਾਣੀ ਧਰਤ ਹੜ ਸਮੁੰਦਰ ਵਿੱਚ ਜਾ ਪੈਣੀ ਸੀ। ਕਿੱਕਰਾਂ ਬੇਰੀਆਂ ਤਾਂ ਕੀ, ਪਿੱਪਲਾਂ ਬਰੋਟਿਆਂ ਨੇ ਜੜੋਂ ਉਖੜ ਜਾਣਾ ਸੀ। ਰੇਤ ਬਰੇਤੇ ਤੇ ਕੱਲਰ ਭੌਂ ਵਿੱਚ ਕੋਈ ਅੰਤਰ ਨਹੀਂ ਸੀ ਰਹਿਣਾ। ਪਾਣੀ ਦੇ ਵਹਾਅ ਦਰਿਆ ਦੇ ਰੁੱਖ ਬਦਲ ਦੇਣੇ ਸਨ। ਜ਼ੋਰ ਨਾਲ ਵਗ ਰਹੇ ਪਾਣੀ ਟੋਭਿਆਂ ਟਿੱਬਿਆਂ ਨੂੰ ਕੀ ਜਾਣਦੇ ਸਨ। ਨਦੀਆਂ ਨਾਲੇ ਜਰਨੈਲੀ ਸੜਕ ਵਾਂਗ ਵਗ ਤੁਰਨੇ ਸਨ। ਸੋ ਇਹ ਅਫਵਾਹ ਪਿੰਡ ਦੇ ਵਿੱਚ ਫੈਲੀ ਹੋਈ ਹੈ ਤੇ
ਸਾਰਿਆਂ ਨੂੰ ਲੱਗਦਾ ਹੈ ਕਿ ਇੱਕ ਦਿਨ ਸਭ ਕੁਝ ਖਤਮ ਹੋ ਜਾਣਾ ਹੈ ਤੇ ਭਾਖੜੇ ਦਾ ਪਾਣੀ ਟੁੱਟ ਕੇ ਸਾਰੇ ਪੰਜਾਬ ਦੇ ਵਿੱਚ ਵੜ ਜਾਣਾ ਹੈ, ਜਿਹਦੇ ਵਿੱਚ ਛੋਟੇ ਮੋਟੇ ਦਰਖਤ ਤਾਂ ਇੱਕ ਪਾਸੇ, ਪਿੱਪਲ ਵਰਗੇ ਵੱਡੇ ਵੱਡੇ ਦਰਖਤ ਵੀ ਰੁੜ ਜਾਣਗੇ ਤੇ ਇਸ ਤਰ੍ਹਾਂ ਸਭ ਕੁਝ ਖਤਮ ਹੋ ਜਾਏਗਾ। ਇਹ ਗੱਲ ਬੇਬੇ ਤੱਕ ਜ਼ਰੂਰ ਪਹੁੰਚ ਗਈ। ਅੰਦਰੋਂ ਅੰਦਰੀ ਹਰ ਇੱਕ ਬੰਦਾ ਡਰ ਰਿਹਾ ਸੀ, ਪਰ ਬਾਹਰੋਂ ਬਾਹਰੋਂ ਸਾਰੇ ਹੱਸ ਰਹੇ ਸਨ। ਜੇ ਨਹੀਂ ਸਨ ਡਰਦੇ ਤਾਂ ਇਸ ਭਵਜਲ ਤੋਂ ਕੇਵਲ ਨਿੱਕੇ ਨਿੱਕੇ ਬਾਲ ਨਹੀਂ ਸੀ ਡਰਦੇ। ਕਿਸੇ ਯਾਤਰੂ ਨੇ ਅਖਰੋਟ ਖੇਡਦੇ ਮੁੰਡਿਆਂ ਨੂੰ ਪੁੱਛਿਆ ਸੀ ਕਿ ਉਹ ਇਸ ਘੋਰ ਹਨੇਰੀ ਹਵਾ ਵਿੱਚ ਇੰਨੇ ਜ਼ੋਰ ਸ਼ੋਰ ਨਾਲ ਕਿਵੇਂ ਖੇਡ ਰਹੇ ਹਨ, ਤਾਂ ਇੱਕ ਲਾਪਰਵਾਹ ਮੁੰਡੇ ਨੇ ਕਿਹਾ ਸੀ, ਹੋਰ ਕੀ ਕਰੀਏ, ਬਾਪੂ ਕਹਿੰਦਾ ਹੈ ਕਿ ਥੋੜੇ ਦਿਨਾਂ ਤੱਕ ਦੁਨੀਆ ਖਤਮ ਹੋਣ ਵਾਲੀ ਹੈ। ਨਸੀਬ ਇਸ ਸਥਿਤੀ ਵਿੱਚ ਵੀ ਨਹੀਂ ਸੀ ਡੋਲਿਆ। ਜੰਮੂ ਵਾਲੀ ਬੇਬੇ ਖੁਸ਼ ਸੀ ਕਿ ਨਸੀਬ ਨੇ ਲੋਕਾਂ ਵਾਂਗ ਡਰਦਿਆਂ ਆਪਣੀ ਭੈਣ ਦੇ ਵਿਆਹ ਦੀ ਤਰੀਕ ਪਿੱਛੇ ਨਹੀਂ ਸੀ ਪਾਈ। ਉਹ ਖੁਸ਼ ਸੀ ਕਿ ਉਹ ਮੁੰਡੇ ਦੀ ਮਿਹਨਤ ਤਰਲਾ ਕਰਕੇ ਕੁੜੀ ਦੇ ਵਿਆਹ ਵਿੱਚ ਜਾ ਬੈਠੇਗੀ। ਕੀ ਹੋਇਆ ਜੇ ਉਸਦੀ ਸੁਣੀ ਨੂੰ ਅਣਸੁਣੀ ਕਰ ਛੱਡਣਗੇ, ਉਸਨੂੰ ਕੁਝ ਕਹਿਣ ਦਾ ਮੌਕਾ ਤਾਂ ਮਿਲੇਗਾ। ਸੋ ਇਸ ਤਰ੍ਹਾਂ ਬੇਬੇ ਨੂੰ ਖੁਸ਼ੀ ਹੈ ਕਿ ਭਾਵੇਂ ਆਉਣ ਵਾਲੇ ਸਮੇਂ ਦੇ ਵਿੱਚ ਭਾਖੜਾ ਡੈਮ ਦਾ ਬੰਨ ਟੁੱਟਣ ਦੇ ਨਾਲ ਸਾਰਾ ਕੁਝ ਖਤਮ ਹੋ ਜਾਏਗਾ, ਪਰ ਨਸੀਬ ਇਸ ਗੱਲ ਤੋਂ ਡਰਿਆ ਨਹੀਂ ਤੇ ਆਪਣੀ ਭੈਣ ਦਾ ਵਿਆਹ ਨਿਸ਼ਚਿਤ ਸਮੇਂ ਤੇ ਹੀ ਉਹ ਕਰ ਰਿਹਾ ਹੈ। ਤੇ ਹੁਣ ਉਹਨੂੰ ਇਹ ਵੀ ਆਸ ਹੈ ਕਿ ਨਸੀਬ ਉਹਨੂੰ ਵਿਆਹ ਦਿਖਾਉਣ ਦੇ ਲਈ ਆਪਣੇ ਵਿਹੜੇ ਲੈ ਜਾਏਗਾ। ਸੋ ਇਸ ਤਰ੍ਹਾਂ ਭਾਵੇਂ ਕੋਈ ਉਹਨੂੰ ਸੁਣੇ ਜਾਂ ਨਾ ਸੁਣੇ, ਪਰ ਘੱਟੋ ਘੱਟ ਉਹਨੂੰ ਆਪਣੀ ਗੱਲ ਰੱਖਣ ਦਾ ਤਾਂ ਜ਼ਰੂਰ ਮੌਕਾ ਮਿਲੂਗਾ। ਫਿਰ ਬੇਬੇ ਜੰਮੂ ਵਾਲੀ ਬੇਬੇ ਨਸੀਬ ਨੂੰ ਕੀ ਕਹਿੰਦੀ ਹੈ, ਤੂੰ ਪੁੱਤਰਾ ਸਬੱਬ ਨਾਲ ਆ ਗਿਆ, ਮੈਨੂੰ ਕੁੜੀ ਦਾ ਵਿਆਹ ਜ਼ਰੂਰ ਵਿਖਾ ਦੇਈਂ। ਮੈਂ ਤਾਂ ਇੱਥੇ ਬਰਮੀ ਵਿੱਚ ਪਈ ਰਹਿੰਦੀ ਹਾਂ, ਦਿਨ ਦੇ ਦਿਨ ਮੈਨੂੰ ਪੀੜ੍ਹੀ ਉੱਤੇ ਬਿਠਾ ਕੇ ਚਾਨਣੀ ਥੱਲੇ ਲੈ ਜਾਈਂ। ਕੀ ਪਤਾ ਹੈ ਮੈਂ ਕਿੰਨੇ ਦਿਨ ਹੋਰ ਜੀਣਾ, ਮਰਨ ਤੋਂ ਪਹਿਲਾਂ ਮੈਂ ਪਿੰਡ ਦਾ ਮੂੰਹ ਹੀ ਦੇਖ ਲਵਾਂਗੀ। ਇੰਨਾ ਕਹਿ ਕੇ ਜੰਮੂ ਵਾਲੀ ਬੇਬੇ ਚੁੱਪ ਹੋ ਗਈ। ਇਸ ਤੋਂ ਬਾਅਦ ਉਹ ਕਹਿ ਵੀ ਕੀ ਸਕਦੀ ਸੀ। ਤੇ ਫੇਰ ਉਸਨੂੰ ਫੁਰਨਾ ਫੁਰਿਆ ਕਿ ਉਹ ਆਪਣੇ ਰੋਗ ਬਾਰੇ ਹੀ ਪੁੱਛ ਦੇਖੇ। ਕਿ ਹਾਲੀ ਕਿਸੇ ਨੇ ਅਧਰੰਗ ਦਾ ਇਲਾਜ ਨਹੀਂ ਸੀ ਲੱਭਿਆ, ਕਿ ਕਲਕੱਤੇ ਵਿੱਚ ਵੀ ਇਸ ਦੀ ਦਵਾਈ ਨਹੀਂ ਸੀ ਮਿਲਦੀ, ਕਿ ਉਹ ਦਵਾਈ ਖਾ ਮੁੜ ਪਿੰਡ ਦੇ ਕਾਰਜਾਂ ਵਿੱਚ ਭਾਗ ਨਹੀਂ ਸੀ ਲੈ ਸਕਦੀ, ਕਿ ਕਿਸੇ ਤਰੀਕੇ ਨਾਲ ਉਹ ਪਹਿਲਾਂ ਵਾਂਗ ਹੀ ਨੌ ਬਰ ਨੌ ਹੋ ਕੇ ਖੇਰੂ ਹੋ ਰਹੇ ਆਪਣੇ ਪਰਿਵਾਰ ਜਾਂ ਕਿਣਕਾ ਕਿਣਕਾ ਕਿਰ ਰਹੇ ਆਪਣੇ ਪਿੰਡ ਨੂੰ ਮੁੜ ਆਪਣੀ ਮੁੱਠੀ ਵਿੱਚ ਲੈ ਇਕੱਠਿਆਂ ਨਹੀਂ ਸੀ ਕਰ ਸਕਦੀ। ਉਸਦੇ ਰੋਗ ਦੀ ਕੋਈ ਨਾ ਕੋਈ ਦਾਰੂ ਤਾਂ ਕਿਧਰੇ ਨਾ ਕਿਧਰੇ ਤਾਂ ਮਿਲ ਸਕਦੀ ਸੀ, ਜਿਸ ਨਾਲ ਉਹ ਪਹਿਲਾਂ ਵਰਗੀ ਹੀ ਹੋ ਕੇ ਬੈਠ ਜਾਂਦੀ। ਸੰਤ ਰਾਮ ਨੇ ਅੱਧ ਪਿੰਡ ਨੂੰ ਤਾਰ ਦਿੱਤਾ ਸੀ ਕਿ ਉਹ ਇੱਕ ਬੁੱਢੜੀ ਦੀ ਫਰਿਆਦ ਨਹੀਂ ਸੀ ਸੁਣ ਸਕਦਾ। ਬੇਬੇ ਦਾ ਜੀ ਕਰਦਾ ਸੀ ਕਿ ਮਿਸਤਰੀ ਸੰਤ ਰਾਮ ਤੇ ਨਸੀਬ ਰੱਬ ਨੂੰ ਗਿੱਚੀਆਂ ਫੜ ਕੇ ਉਸਦੇ ਕੋਲ ਲੈ ਆਉਣ ਤੇ ਉਹ ਪੈਰੀਂ ਪੈ ਕੇ ਆਪਣੀ ਦਿੱਤੀ ਬਿਮਾਰੀ ਬੇਬੇ ਤੋਂ ਵਾਪਸ ਲੈ ਲਵੇ। ਉਸਦੀ ਨਜ਼ਰ ਵਿੱਚ ਸੰਤ ਰਾਮ ਉਹ ਸਪੇਰਾ ਸੀ ਜਿਹੜਾ ਆਪਣੇ ਕਰਤੱਵ ਨਾਲ ਸੱਪ ਦੇ ਡੰਗ ਦਾ ਇਲਾਜ ਕਰਨ ਲਈ ਉਸੇ ਸੱਪ ਨੂੰ ਬੰਨ੍ਹ ਲਿਆਉਂਦਾ ਸੀ ਜਿਸ ਨੇ ਡੰਗਿਆ ਹੋਵੇ, ਅਤੇ ਸੱਪ ਨੂੰ ਸਪੇਰੇ ਦਾ ਹੁਕਮ ਮੰਨ ਕੇ ਆਪਣੀ ਵਿਸ ਚੂਸਣੀ ਪੈਂਦੀ ਸੀ। ਪਹਿਲਾਂ ਜੰਝ ਵਿੱਚ ਬੈਠਣ ਵਾਲੀ ਤੇ ਹੁਣ ਰਾਜੀ ਹੋਣ ਵਾਲੀ ਗੱਲ ਨੇ ਜੰਮੂ ਵਾਲੀ ਬੇਬੇ ਦੇ ਮੂੰਹ ਉੱਤੇ ਇੱਕ ਅਜਬ ਜਿਹੀ ਰੌਣਕ ਲਿਆਂਦੀ ਸੀ। ਨਸੀਬ ਨੂੰ ਜਾਪਿਆ ਕਿ ਉਹ ਅੱਧੇ ਸਰੀਰ ਨਾਲ ਹੀ ਤੁਰਨ ਫਿਰਨ ਲੱਗ ਜਾਵੇਗੀ। ਨਸੀਬ ਨੇ ਬੇਬੇ ਨੂੰ ਤਸੱਲੀ ਕਰਵਾਈ ਕਿ ਅੱਜ ਦੀ ਦੁਨੀਆ ਵਿੱਚ ਕੋਈ ਲਾ ਇਲਾਜ ਨਹੀਂ। ਡਾਕਟਰਾਂ ਕੋਲ ਹਰ ਇੱਕ ਰੋਗ ਦਾ ਦਾਰੂ ਹੈ, ਇਸ ਲਈ ਬੇਬੇ ਨੂੰ ਇੰਨਾ ਨਿਰਾਸ਼ ਨਹੀਂ ਸੀ ਹੋਣਾ ਚਾਹੀਦਾ। ਚਲੋ ਬੇਬੇ ਵਿਆਹ ਵਿੱਚ ਜਾਣ ਦੀ ਵੀ ਉਹਨੂੰ ਖੁਸ਼ੀ ਹੈ ਤੇ ਠੀਕ ਹੋਣ ਦੀ ਵੀ ਖੁਸ਼ੀ ਹੈ, ਤੇ ਨਸੀਬ ਦੇ ਸ਼ਬਦ ਤਾਂ ਉਹਨੂੰ ਹੋਰ ਵੀ ਜ਼ਿਆਦਾ ਸਕਾਰਾਤਮਕ ਕਰ ਸਕਦੇ ਆ ਕਿ ਹਰ ਬਿਮਾਰੀ ਦਾ ਇਲਾਜ ਹੋਣ ਦੇ ਡਾਕਟਰਾਂ ਦੇ ਕੋਲ ਹੈਗਾ ਹੈ। ਸੋ ਹੁਣ ਦੇਖਦੇ ਹਾਂ ਬੇਬੇ ਦੇ ਉੱਤੇ ਉਹਦੀ ਇਸ ਗੱਲ ਦਾ ਕੀ ਅਸਰ ਹੁੰਦਾ ਹੈ। ਪਰ ਇਹ ਸੁਣ ਕੇ ਬੇਬੇ ਦੇ ਮੂੰਹ ਦੀ ਰੌਣਕ ਕੁਝ ਮੱਠੀ ਪੈ ਗਈ। ਉਹ ਸ਼ਾਇਦ ਬਿਲਕੁਲ ਅਰੋਗ ਵੀ ਨਹੀਂ ਸੀ ਹੋਣਾ ਚਾਹੁੰਦੀ। 6 ਮਹੀਨੇ ਵਿੱਚ ਉਸਦੇ ਖਿਆਲ ਅਨੁਸਾਰ ਦੁਨੀਆ ਇੰਨੀ ਬਦਲ ਚੁੱਕੀ ਸੀ ਕਿ ਮੁੜ ਬੇਬੇ ਕਾਬੂ ਵਿੱਚ ਨਹੀਂ ਸੀ ਲੈ ਸਕਦੀ। ਉਸਦੇ ਨੂੰਹਾਂ ਪੁੱਤਰ, ਉਸਦੇ ਸਾਕ ਸੰਬੰਧੀ ਕੁਝ ਹੋਰ ਦੇ ਹੋਰ ਹੋ ਗਏ ਸਨ। ਉਹ ਉਹਨਾਂ ਨੂੰ ਕਿਸ ਤਰ੍ਹਾਂ ਮਜਬੂਰ ਕਰ ਸਕਦੀ ਸੀ ਕਿ ਉਹ ਸਾਰੇ ਉਸਨੂੰ ਪਹਿਲਾਂ ਵਾਲਾ ਹੀ ਆਦਰ ਮਾਣ ਦੇਣ। ਪਿੰਡ ਦਾ ਅਰਜੀ ਨਵੀਸ ਦੱਸਦਾ ਹੁੰਦਾ ਸੀ ਕਿ ਜੇ ਉਹ 4 ਦਿਨ ਕੰਮ ਉੱਤੇ ਨਹੀਂ ਸੀ ਜਾਂਦਾ ਤਾਂ ਤਹਿਸੀਲ ਦੀ ਸਾਰੀ ਦੁਨੀਆ ਬਦਲ ਚੁੱਕੀ ਹੁੰਦੀ ਸੀ। ਉਸਦੇ ਪੱਕੇ ਗ੍ਰਾਹਕ ਵੀ ਨਵੇਂ ਅਰਜੀ ਨਵੀਸ ਤੋਂ ਕੰਮ ਕਰਵਾਉਣਾ ਸ਼ੁਰੂ ਕਰ ਦਿੰਦੇ ਸਨ। ਬੇਬੇ ਤਾਂ ਭਲਾ 6 ਮਹੀਨੇ ਤੋਂ ਬਿਮਾਰ ਸੀ। ਪਤਾ ਨਹੀਂ ਹੁਣ ਉਸਦੀ ਦੁਨੀਆ ਕਿਸ ਨੇ ਮੱਲ ਲਈ ਸੀ। ਬੇਬੇ ਨੂੰ ਉਸ ਦੁਨੀਆ ਤੋਂ ਡਰ ਲੱਗਦਾ ਜਿਸ ਦੀ ਉਸ ਰਾਜੀ ਹੋ ਕੇ ਵੀ ਮਾਲਕਣ ਨਹੀਂ ਸੀ ਹੋ ਸਕਣਾ। ਹੁਣ ਉਸਨੇ ਕਿਸੇ ਦੀ ਜੰਝ ਤੋਂ ਕੀ ਲੈਣਾ ਸੀ, ਕਿਸੇ ਦੀਆਂ ਖੁਸ਼ੀਆਂ ਵਿੱਚ ਉਹਦੇ ਲਈ ਕਾਹਦੀ ਧੀਰਜ ਸੀ। ਜਦ ਉਹ ਆਪ ਮੋਏ
ਵਿਛੜਿਆਂ ਨਾਲੋਂ ਵੱਧ ਹੋ ਚੁੱਕੀ ਸੀ। ਸੋ ਇਸ ਤਰ੍ਹਾਂ ਬੇਬੇ ਠੀਕ ਵੀ ਨਹੀਂ ਹੋਣਾ ਚਾਹੁੰਦੀ, ਕਿਉਂਕਿ ਉਹਨੂੰ ਇਹ ਡਰ ਹੈ ਕਿ ਹੁਣ ਉਹਨੂੰ ਪਹਿਲਾਂ ਵਾਲੀ ਇੱਜ਼ਤ ਨਹੀਂ ਮਿਲੇਗੀ। ਸਮਾਜ ਦੇ ਵਿੱਚ ਉਹਦਾ ਉਹ ਜਿਹੜਾ ਰੁਤਬਾ ਹੈ ਹੁਣ 6 ਮਹੀਨੇ ਬਾਅਦ ਉਹੋ ਜਿਹਾ ਨਹੀਂ ਹੋਏਗਾ। ਪਤਾ ਨਹੀਂ ਉਹਦੀ ਜਗ੍ਹਾ ਕਿਸੇ ਹੋਰ ਨੇ ਕਿਹਨੇ ਲੈ ਲਈ ਹੋਏਗੀ। ਇਸ ਕਰਕੇ ਉਹਨੂੰ ਠੀਕ ਹੋਣਾ ਵੀ ਵਧੇਰੇ ਚੰਗਾ ਨਹੀਂ ਲੱਗਦਾ। ਨਸੀਬ ਚੁੱਪਚਾਪ ਜੰਮੂ ਵਾਲੀ ਦੇ ਚਿਹਰੇ ਵੱਲ ਤੱਕਦਾ ਰਿਹਾ। ਉਸਦੇ ਮੱਥੇ ਉੱਤੇ ਉਸਦੀਆਂ ਸੋਚਾਂ ਛਾਪੇ ਦੇ ਅੱਖਰਾਂ ਵਾਂਗ ਪ੍ਰਤੱਖ ਸਨ। ਉਸਦੀਆਂ ਅੱਖਾਂ ਦੂਰ ਪਰੇ ਸੁੰਝ ਵਿੱਚ ਗੱਡੀਆਂ ਹੋਈਆਂ ਸਨ। ਉਹ ਆਪਣੀ ਅੰਦਰੀ ਅੱਖ ਨਾਲ ਲੋਕਾਂ ਨੂੰ ਅਸ਼ਟ ਗ੍ਰਹਿ ਤੋਂ ਡਰ ਕੇ ਭੱਜਦਿਆਂ ਤੱਕ ਸਕਦੀ ਸੀ। ਉਹ ਦੇਖ ਰਹੀ ਸੀ ਕਿ ਅਨੇਕਾਂ ਬੰਦਿਆਂ ਨੇ ਆਪਣੇ ਡੇਰੇ ਘਰਾਂ ਵਿੱਚੋਂ ਨਿਕਲ ਕੇ ਉੱਚੇ ਉੱਚੇ ਟਿੱਬਿਆਂ ਉੱਤੇ ਲਾ ਲਏ ਸਨ। ਉਸਨੂੰ ਜਾਪਦਾ ਸੀ ਜਿਵੇਂ ਉਸਦਾ ਸਾਰਾ ਪਰਿਵਾਰ ਉਸਨੂੰ ਤੂੜੀ ਵਾਲੀ ਕੋਠੜੀ ਵਿੱਚ ਛੱਡ ਕੇ ਮਾਤਾ ਰਾਣੀ ਦੇ ਟਿੱਬੇ ਉੱਤੇ ਜਾ ਬੈਠਾ ਸੀ। ਉਹ ਵੇਖ ਸਕਦੀ ਸੀ ਕਿ ਉਸਦੇ ਪਰਿਵਾਰ ਦੇ ਇੱਕ ਵੀ ਜੀਅ ਨੂੰ ਉਹਦੇ ਨਾਲ ਕੋਈ ਲਗਾਓ ਨਹੀਂ ਸੀ ਰਿਹਾ। ਪਰਮਾਤਮਾ ਬੜਾ ਬੇਅੰਤ ਸੀ, ਜਿਸਨੇ ਭਾਖੜੇ ਦੀ ਝੀਲ ਵਿੱਚ ਮਣਾ ਮੂੰਹੀ ਪਾਣੀ ਡੱਕ ਛੱਡਿਆ ਸੀ। ਬੇਬੇ ਨੂੰ ਝੀਲਾਂ ਦਾ ਪਾਣੀ ਵਿਸ ਘੋਲਦਾ ਦਿਖਾਈ ਦੇ ਰਿਹਾ ਸੀ। ਪਾਣੀ ਜਿਵੇਂ ਅੰਦਰੋਂ ਅੰਦਰ ਵਲ ਖਾ ਰਿਹਾ ਹੋਵੇ। ਉਹ ਜਾਣਦੀ ਸੀ ਕਿ ਇਹੋ ਜਿਹੀ ਅਫਵਾਹ ਕਦੀ ਝੂਠ ਨਹੀਂ ਹੋਇਆ ਕਰਦੀ। ਉਸਨੇ ਆਪਣੀ ਜਵਾਨੀ ਵਿੱਚ ਕੋਇਟੇ ਦੇ ਭੁਚਾਲ ਦੀਆਂ ਅਨੇਕਾਂ ਖਬਰਾਂ ਸੁਣੀਆਂ ਸਨ। ਉਦੋਂ ਉਸਨੂੰ ਇਹ ਸਭ ਕੁਝ ਸੁਣ ਕੇ ਬੜਾ ਦੁੱਖ ਹੋਇਆ ਸੀ। ਪਰ ਭਾਖੜੇ ਦੇ ਬੰਨ੍ਹ ਦਾ ਟੁੱਟਣਾ ਤਾਂ ਉਸਨੂੰ ਰੱਬੀ ਦਾਤ ਜਾਪਦਾ, ਜਿਸਨੇ ਇੱਕੋ ਹੱਲੇ ਸਾਰੇ ਪੰਜਾਬ ਨੂੰ ਮੁਕਤ ਕਰ ਦੇਣਾ ਸੀ। ਉਹਦਾ ਜੀਅ ਕਰਦਾ ਸੀ ਕਿ ਉਹ ਕਿਸੇ ਤਰੀਕੇ ਨਾਲ ਉਸ ਇੰਜੀਨੀਅਰ ਨੂੰ ਮਿਲੇ ਜਿਸਨੇ ਇੰਨਾ ਵੱਡਾ ਪਾਣੀ ਕੈਦ ਕਰ ਛੱਡਿਆ ਸੀ। ਬੇਬੇ ਦਾ ਨਿਸ਼ਚਾ ਸੀ ਕਿ ਇੰਜੀਨੀਅਰ ਨੂੰ ਇਸ ਗੱਲ ਦਾ ਪੂਰਾ ਗਿਆਨ ਸੀ ਕਿ ਇੱਕ ਸ਼ੁਭ ਦਿਹਾੜੇ ਜਦੋਂ ਉਹ ਅਧਰੰਗ ਦੀ ਰੋਗੀ ਹੋ ਕੇ ਜ਼ਿੰਦਗੀ ਤੋਂ ਆਤੁਰ ਹੋ ਚੁੱਕੀ ਹੋਵੇਗੀ ਤਾਂ ਇਹ ਇੰਨਾ ਵੱਡਾ ਬੰਨ ਮੱਕੀ ਦੇ ਟਾਂਡੇ ਵਾਂਗ ਟੁੱਟ ਜਾਵੇਗਾ। ਸੋ ਇਸ ਤਰ੍ਹਾਂ ਜੇਕਰ ਉਹਨੂੰ ਅਧਰੰਗ ਹੋ ਗਿਆ, ਉਹਦਾ ਸਰੀਰ ਨਹੀਂ ਚੱਲਦਾ, ਜੇਕਰ ਹੁਣ ਉਹ ਇਸ ਦੁਨੀਆ ਤੋਂ ਜਾਣ ਵਾਲੀ ਹੈ ਤਾਂ ਉਹਨੂੰ ਇਸ ਗੱਲ ਦਾ ਦੁੱਖ ਨਹੀਂ ਹੈ, ਪਰ ਇਸ ਗੱਲ ਦੀ ਖੁਸ਼ੀ ਹੈ ਕਿ ਭਾਖੜਾ ਡੈਮ ਬਿਲਕੁਲ ਸਹੀ ਸਮੇਂ ਦੇ ਉੱਤੇ ਟੁੱਟੇਗਾ, ਜਿਹਦੇ ਨਾਲ ਇੱਕੋ ਹੱਲੇ ਵਿੱਚ ਸਾਰਾ ਪੰਜਾਬ ਮੁਕਤ ਹੋ ਜਾਏਗਾ। ਬੇਬੇ ਨੇ ਸੁੰਝ ਵਿੱਚੋਂ ਨਿਗਾਹ ਮੋੜ ਕੇ ਕੋਲ ਖੜੇ ਨਸੀਬ ਵੱਲ ਤੱਕਿਆ ਤੇ ਬੋਲੀ, ਹਾਂ ਸੱਚ, ਤੈਨੂੰ ਤਾਂ ਸਾਰਾ ਪਤਾ ਹੋਣਾ ਇਸ ਭਾਖੜੇ ਦੇ ਟੁੱਟਣ ਬਾਰੇ। ਕਿੰਨੇ ਕੁ ਦਿਨ ਰਹਿੰਦੇ ਨੇ ਭਲਾ? ਕੀ ਇਹ ਚੰਦਰਾ ਕੁਝ ਦਿਨ ਕੱਢੂ ਵੀ ਕਿ ਨਹੀਂ? ਉਸਨੇ ਆਖਰੀ ਫਿਕਰਾ ਆਪਣੇ ਮਨ ਉੱਤੇ ਬਹੁਤ ਸਾਰਾ ਭਾਰ ਪਾ ਕੇ ਬੋਲਿਆ, ਤਾਂ ਕਿ ਕੋਲ ਖੜਾ ਨਸੀਬ ਇਹ ਭਾਂਪ ਲਏ ਕਿ ਭਾਖੜੇ ਦਾ ਬੰਨ੍ਹ ਟੁੱਟਣ ਦੀ ਬੇਬੇ ਨੂੰ ਬਹੁਤ ਖੁਸ਼ੀ ਸੀ। ਐਨ ਕੁਦਰਤੀ ਸੀ ਕਿ ਨਸੀਬ ਬੇਬੇ ਦੇ ਮਨ ਵਿੱਚ ਖੌਲ ਰਹੇ ਭਾਖੜੇ ਸੰਬੰਧੀ ਵਿਚਾਰਾਂ ਨੂੰ ਨਹੀਂ ਸੀ ਭਾਂਪ ਸਕਿਆ। ਉਹ ਇਹ ਵੀ ਜਾਣਦਾ ਸੀ ਕਿ ਅਜਿਹੀ ਕੋਈ ਗੱਲ ਦੂਰ ਭਵਿੱਖ ਵਿੱਚ ਵੀ ਨਹੀਂ ਸੀ ਵਾਪਰਨ ਵਾਲੀ। ਤੈਨੂੰ ਹੋ ਕੀ ਗਿਆ ਬੇਬੇ? ਤੂੰ ਤਾਂ ਐਵੇਂ ਡਰੀ ਜਾਂਦੀ ਐ। ਕੋਈ ਬੰਨ ਬੁੰਨ ਨਹੀਂ ਟੁੱਟਣਾ। ਉਹ ਕੋਈ ਲੱਲੂ ਪੰਜੂ ਦਾ ਬਣਾਇਆ ਹੋਇਆ? ਮਹਾਂ ਕਾਰੀਗਰਾਂ ਦੇ ਹੱਥ ਲੱਗੇ ਨੇ ਉਸਨੂੰ। ਲੋਕ ਤਾਂ ਸਾਰੇ ਕੰਜਰ ਨੇ ਜਿਹੜੇ ਇਹੋ ਜਿਹੀਆਂ ਅਫਵਾਹਾਂ ਫੈਲਾ ਛੱਡਦੇ ਨੇ। ਤੂੰ ਨਿਸ਼ਚਿੰਤ ਸੁੱਤੀ ਰਿਹਾ ਕਰ ਮੌਜ ਨਾਲ, ਉਸਨੇ ਬੇਬੇ ਨੂੰ ਭਰੋਸਾ ਕਰਵਾਇਆ। ਨਸੀਬ ਨੇ ਤੱਕਿਆ ਕਿ ਬੇਬੇ ਦਾ ਮੂੰਹ ਇਹ ਸੁਣ ਕੇ ਪੂਣੀ ਵਰਗਾ ਚਿੱਟਾ ਹੋ ਗਿਆ। ਉਸਦੀ ਇੱਕ ਪਾਸੇ ਦੀ ਨਬਜ਼ ਤੇਜ਼-ਤੇਜ਼ ਚੱਲਣ ਲੱਗੀ। ਹੈਂ? ਉਹ ਧੜਕਦੇ ਦਿਲ ਨਾਲ ਬੋਲੀ, ਜਿਵੇਂ ਉਸ ਨਾਲ ਬਹੁਤ ਵੱਡੀ ਠੱਗੀ ਹੋ ਗਈ ਹੋਵੇ। ਉਹ ਮੰਜੇ ਉੱਤੇ ਇੰਜ ਨਿਰਾਸ਼ ਹੋ ਕੇ ਢਹਿ ਪਈ ਜਿਵੇਂ ਉਸਦੇ ਜਿਉਂਦੇ ਪਾਸੇ ਵਿੱਚ ਵੀ ਜਾਨ ਨਹੀਂ ਸੀ ਰਹੀ। ਸੋ ਇਸ ਤਰ੍ਹਾਂ ਬੱਚਿਓ, ਭਾਖੜੇ ਡੈਮ ਦੇ ਬੰਨ੍ਹ ਦਾ ਨਾ ਟੁੱਟਣਾ ਬੇਬੇ ਦੇ ਲਈ ਠੱਗੀ ਬਣ ਜਾਂਦਾ ਹੈ, ਕਿਉਂਕਿ ਉਹ ਤਾਂ ਇਸ ਗੱਲ ਦੇ ਵਿੱਚ ਖੁਸ਼ ਹੈ ਕਿ ਜਦੋਂ ਉਹ ਮਰੇਗੀ ਤਾਂ ਸਾਰਾ ਪੰਜਾਬ ਉਹਦੇ ਨਾਲ ਹੀ ਮਰੇਗਾ। ਇਸ ਤਰ੍ਹਾਂ ਜੰਮੂ ਵਾਲੀ ਬੇਬੇ ਨਿਰਾਸ਼ ਹੋ ਜਾਂਦੀ ਹੈ।